ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਖੰਭ ਵਿਕੰਦੜੇ ਛੇ ਲਹਾਂ, ਕਿੰਨਾ ਸਾਹੀ ਤੋਲ। ਤਨ ਜੜਾਈ ਆਪਣੇ, ਲਾਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸ਼ਾਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। जैसे मन लागत है, लेखक को लिखै बिखै। हर जस लिखत न तैसो ठहरावई। जैसो मन लागत है, लेखक को लिखै बिखै। हर जस लिखत ना तैसो ठहरावई। जैसे मन बनज बिहार के बिथार बिखै। शब्द सुरत अवगाहन ना भावई। जैसो मान कनक्यो कामनी सने दिखै। साध संग तैसो ने पालना लगावई। माया बंद धंध बिखै, अवद बिहाए जाए। गुर उपदेशहीन पाछे पछुतावई। माया बंद धंध बिखै, अवधों बिहाए जाए। गुर उपदेशहीन पाछे पछुतावई। परम सत्कारयोग जुगो जुग अटल। चवर छतर तखत दे मालक, धन धन सतगुरु साहिब श्री गुरु ग्रंथ साहिब सच्चे पातशाह जी। तिन्हां दी पावन पवित्र हजूरी अंदर सुभाईमान सत संगी प्यार वाले वडभागे हो। गुरु की गोद विच बैठ के आप जी ने शामा वाले दीवान विच अमृतमई बाणी का कीर्तन सरवण किया है। और जो रोजाना की तरह आप जी भाई गुरदास जी के कविता की विचार सरवण करते हो। सतगुरु साहब की कृपा सदका कवित की विचार करने का समा प्राप्त होया है। जिस कवित का पाठ आप जी ने सरवण किया है, इस अंदर भाई साहब भाई गुरदास जी मन की विचार नूं संबोधन करके बड़ी कमाल की विचार समझाउंदे हन कि मन बाकी कम्मां विच किन्ना को लगन रहिंदा है, पर जिथे इहनूं लाउणा चाहीदा सी उत्थे बिल्कुल भी नहीं लग रहा। जिथे इनू बार बार प्रेरिया गया, बार बार कहा गया, उथे जरा जिन्ना भी टिक नहीं रहा। जिथों मोड़ रहा, जिथों मोड़िया जा रहा है, जिथे इनू आखण वास्ते आख्या जा रहा उथे लगता नहीं, जिथों मोड़िया उथे हटदा नहीं। भाई गुरदास ये गल समझाउंदे ने कि फिर इदां करदियां करदियां जिंदगी हौली हौली किवें गुजर गई, पता भी ना लगा ते समा लंघन तो बाद बंदा पछताउंदा है। आओ सवैया विचाराम करन तो पहला
ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦਿਓ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਇਆ ਦੇ ਅਨੇਕਾਂ ਰੂਪ ਨੇ। ਜ਼ਰੂਰੀ ਨਹੀਂ ਕਿ ਜਿਹੜਾ ਪੈਸਾ ਹੁੰਦਾ ਹੈ ਉਹਦਾ ਨਾਂ ਹੀ ਮਾਇਆ ਹੈ। ਬੰਦੇ ਨੂੰ ਕਿਸੇ ਵੀ ਚੀਜ਼ ਦਾ ਚਸਕਾ ਲੱਗ ਜਾਏ, ਕਿਸੇ ਵੀ ਚੀਜ਼ ਦਾ ਬਾਰ-ਬਾਰ ਇੱਕ ਖਿਆਲ ਆਏ ਜਾਂ ਆਦਤ ਬਣ ਜਾਏ, ਇੱਕੋ ਚੀਜ਼ ਵੱਲ ਬਾਰ-ਬਾਰ ਬੰਦਾ ਜੁੜਿਆ ਰਹੇ, ਉਹ ਵੀ ਮਾਇਆ ਹੈ। ਜੇ ਮਨੁੱਖ ਦਾ ਧਿਆਨ ਬਾਰ-ਬਾਰ ਖਿੱਚਿਆ ਜਾਂਦਾ ਹੈ ਕਿਸੇ ਸੀਰੀਅਲ ਵੱਲ, ਕਿਸੇ ਚੀਜ਼ ਵੱਲ, ਸੱਚ ਹੈ ਉਹਨੂੰ ਉਹ ਮਾਇਆ ਚੰਬੜੀ ਹੋਈ ਹੈ। ਮਾਇਆ ਦੇ ਅਨੇਕਾਂ ਰੂਪ ਨੇ। ਜ਼ਰੂਰੀ ਇਹ ਵੀ ਨਹੀਂ ਕਿ ਮਨੁੱਖ ਜਿਹੜੀ ਮਾਇਆ ਕਿਸੇ ਇੱਕ ਚੀਜ਼ ਦਾ ਨਾਂ ਹੈ। ਬੰਦੇ ਦਾ ਕਿਸੇ ਬੈਠੀ ਹੋਈ ਢਾਣੀ 'ਚ ਬਾਰ-ਬਾਰ ਜਾਣ ਨੂੰ ਦਿਲ ਕਰਨਾ ਵੀ ਉਹ ਢਾਣੀ, ਉਹ ਸਭਾ, ਉਹਦੀ ਸੁਸਾਇਟੀ ਉਹਦੇ ਵਾਸਤੇ ਮਾਇਆ ਹੈ। ਮਨ ਖਿੱਚਿਆ ਜਾ ਰਿਹਾ ਵੀ ਉਹ ਬੰਦੇ ਚਾਰ ਬੈਠੇ ਨੇ, ਦਿਲ ਕਰਦਾ ਹੈ ਮੈਂ ਵੀ ਚਾਰ ਗੱਲਾਂ ਸੁਣਾਵਾਂ, ਚਾਰ ਕਾਰਾਵਾਂ, ਦੌੜਦਾ ਹੈ ਮਨ, ਕੋਸ਼ਿਸ਼ ਕਰਦਾ ਹੈ ਵਿਹਲੇ ਬੈਠੇ ਕੀ ਕਰਦੇ, ਚਲੋ ਉੱਥੇ ਗੱਲਾਂ ਕਰੋ ਨੇ ਚਾਰ ਬਹਿ ਕੇ। ਇਹ ਵੀ ਇੱਕ ਮਾਇਆ ਦਾ ਰੂਪ ਹੀ ਹੈ। ਪਰ ਇਹ ਵੀ ਇੱਕ ਮਾਇਆ ਦਾ ਹੋਰ ਰੂਪ ਹੈ। ਮਨੁੱਖ ਜਦੋਂ ਆਪਣੇ ਫਰਜ਼ਾਂ ਦੀ ਪਹਿਚਾਣ ਭੁੱਲ ਕੇ ਆਪਣੇ ਹੀ ਮਤ ਨੂੰ, ਆਪਣੀ ਹੀ ਸੁਰਤ ਨੂੰ ਵਿਗਾੜ ਲੈਂਦਾ ਭੈੜੀਆਂ ਆਦਤਾਂ 'ਚ ਪਾ ਕੇ, ਤੇ ਜਦੋਂ ਕਦੇ ਸਮਾਂ ਮਿਲਦਾ ਪਛਤਾਉਂਦਾ ਵੀ ਮੈਂ ਕਿੱਧਰ ਜ਼ਿੰਦਗੀ ਲੰਘਾ ਲਈ। ਭਾਈ ਗੁਰਦਾਸ ਕਹਿੰਦੇ ਮਾਇਆ ਬੰਦ ਧੰਦ ਵਿਖੇ ਅਵਧ ਬਿਹਾਏ ਜਾਏ। ਗੁਰੂ ਸਾਹਿਬ ਨੇ ਤਾਂ ਆਖਿਆ ਸੀ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਇੱਕ ਬੱਚੇ ਨੂੰ ਲੈ ਕੇ, ਉਹਦਾ ਨਾਂ ਸੀ ਆਨੰਦ ਸਿੰਘ, ਉਹਨੂੰ ਆਖਣ ਲੱਗੇ ਸਾਰੇ ਜਾਣੇ, ਉਹਨੂੰ ਉਹਦੇ ਪਰਿਵਾਰ ਵਾਲਿਆਂ ਫੜਿਆ ਤੇ ਰੋਂਦਾ ਹੈ। ਸਾਹਿਬ ਪੁੱਛਦੇ ਦਸਮ ਪਾਤਸ਼ਾਹ ਵੀ ਰੋਂਦਾ ਕਿਸ ਗੱਲ ਤੋਂ? ਕਹਿੰਦੇ ਗੁਰੂ ਸਾਹਿਬ ਕਹਿੰਦਾ ਮੈਂ ਸਾਧੂ ਬਣ ਜਾਣਾ। ਸਾਹਿਬ ਕਹਿੰਦੇ ਫਿਰ ਤਾਂ ਬੜ ਗੱਲ ਇਹੋ ਤੇ ਬਣਨਾ ਹੈ, ਇਹੋ ਤੇ ਸਿੱਖਿਆ ਹੈ। ਜੇ ਸਾਧੂ ਬਣ ਕੇ ਲੈ ਫਿਰ ਮਾੜਾ ਕੀ ਹੈ? ਉਹ ਕਹਿੰਦੇ ਗੁਰੂ ਸਾਹਿਬ ਸਾਧੂ ਕਹਿੰਦਾ ਮੈਂ ਬਣਨਾ ਹੈ, ਪਰ ਕਹਿੰਦਾ ਮੈਂ ਘਰ ਛੱਡਣਾ ਹੈ। ਸਾਧੂ ਬਣਨਾ ਹੈ ਪਰ ਇਹ ਕਹਿੰਦਾ ਮੈਂ ਆਪਣੇ ਘਰ ਨਹੀਂ ਰਹਿਣਾ, ਘਰ ਤੋਂ ਬਾਹਰ ਜਾ ਕੇ ਸਾਧੂ ਬਣਨਾ ਹੈ। ਗੁਰੂ ਸਾਹਿਬ ਨੇ ਪੁੱਛਿਆ, ਬੁਲਾਇਆ ਉਹਨੂੰ ਕੋਲ। ਅੰਤ ਪੁੱਛਦੇ ਗੁਰੂ ਸਾਹਿਬ ਤੇਰੇ ਮਨ 'ਚ ਇਹੋ ਜਿਹਾ ਖਿਆਲ ਕਿਉਂ ਆਇਆ ਤੇ ਕਿਵੇਂ ਆਇਆ ਕਿ ਤੂੰ ਕਹਿੰਦਾ ਮੈਂ ਘਰ ਛੱਡ ਕੇ ਸੰਸਾਰ ਤੋਂ, ਪਰਿਵਾਰ ਤੋਂ ਭੱਜ ਕੇ ਤੇ ਸਾਧੂ ਬਣ ਜਾਣਾ? ਇਹ ਕਿਉਂ? ਕਹਿੰਦਾ ਗੁਰੂ ਸਾਹਿਬ ਤੁਹਾਡੀ ਬਾਣੀ ਪੜ੍ਹੀ ਆ ਮੈਂ, ਤੁਹਾਡੀ ਬਾਣੀ ਵਿੱਚੋਂ ਇਹ ਸਮਝ ਆਈ ਵੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਤੇ ਗੁਰੂ ਸਾਹਿਬ ਨੇ ਆਖਿਆ ਚਲ ਤੂੰ ਇਹ ਤੇ ਸਮਝ ਲਿਆ, ਇਸ ਗੱਲ ਨੂੰ ਤੇ ਪੜ੍ਹ ਲਿਆ, ਪਰ ਅਗਲੀਆਂ ਪੰਕਤੀਆਂ ਵਿਚਾਰਨ ਤੋਂ ਬਿਨਾਂ ਤੇ ਗੱਲ ਬਣਦੀ ਨਹੀਂ ਨਾ। ਐਸਾ ਕਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ। ਆ ਤੂੰ ਸੁਣਿਆ ਹੀ ਨਹੀਂ, ਜਿਹੜੀ ਗੱਲ ਤੂੰ ਸੁਣਨ ਵਾਲੀ ਸੀ ਉਹਨੂੰ ਛੱਡ ਦਿੱਤਾ, ਤੇ ਜਿਹੜੀ ਤੂੰ ਵਿਚਾਰਨੀ ਸੀ ਉਹਨੂੰ ਵਿਚਾਰਿਆ ਹੀ ਨਹੀਂ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੇ ਤੇਰੇ ਨਾਲੇ। ਇਸ ਗੱਲ ਨੂੰ ਵਿਚਾਰ ਵੀ ਗੁਰੂ ਤੈਨੂੰ ਕਹਿ ਰਿਹਾ ਪ੍ਰਮਾਤਮਾ ਘਰ ਵੀ ਰਹੇਗਾ, ਘਰ ਵੀ ਤੇਰੇ ਨਾਲ ਹੀ ਰਹਿਣਾ ਹੈ। ਗੁਰੂ ਦੀ ਵਿਚਾਰਧਾਰਾ ਇਹ ਹੈ। ਮਾਇਆ ਭਿਅੰਕਰ ਰੂਪ ਬਣੇ ਧਾਰਨ ਕਰ ਲੈਂਦੀ, ਪਰ ਇਸ ਨੂੰ ਵਿਚਾਰ, ਥੋੜੀ ਜਿਹੀ ਵਿਚਾਰ ਰੱਖਾਂ ਇਹਦੇ ਬਾਰੇ ਵੀ। ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਦਾ ਡਰ ਹੈ ਵੀ ਸਾਡੇ ਬੱਚੇ ਪਾਠ ਨਹੀਂ ਕਰਦੇ, ਸਾਡੇ ਬੱਚੇ ਕਿਤੇ ਧਰਮੀ ਨਾ ਬਣ ਜਾਣ, ਸਾਡੇ ਬੱਚੇ ਕਿਤੇ ਸਾਧੂ ਨਾ ਬਣ ਜਾਣ। ਪਹਿਲਾਂ ਡਰਦੇ ਆ ਵੀ ਕਿਤੇ ਇੱਧਰ ਨੂੰ ਨਾ ਜੁੜ ਜਾਣ, ਬਹੁਤੇ ਨਾ ਲੱਗ ਜਾਣ। ਤੇ ਜੇ ਲੱਗ ਗਏ ਫਿਰ ਡਰ ਹੈ ਕਿਤੇ ਬਹੁਤਾ ਨਾ ਹੋਵੇ, ਤੇ ਜੇ ਨਾ ਜੁੜਨ ਫਿਰ ਵੀ ਡਰ ਹੈ ਵੀ ਕਿਤੇ ਗਲਤ ਨਾ ਪੈ ਜਾਣ। ਅਸੀਂ ਸੋਚਦੇ ਵੀ ਵਿਚਲਾ ਜਾ ਮੇਲ ਰਹੇ, ਵਿਚਲਾ ਜਾ ਵੀ ਬਹੁਤਾ ਪਾਠ ਵੀ ਨਾ ਕਰੇ ਤੇ ਬਹੁਤਾ ਮਾੜੇ ਕੰਮ ਵੱਲ ਵੀ ਨਾ ਜਾਏ, ਵਿਚਲਾ ਜਾ ਮੇਲ ਬਣ ਜਾਏ। ਪਰ ਨਹੀਂ, ਇਹ ਵਿਚਾਰ ਨਹੀਂ ਹੈ, ਇਹ ਦੁਬਦਾ ਹੈ, ਇਹ ਦੁਬਦਾ ਹੈ। ਮਨ ਇੱਕ ਸਟੈਂਡ ਤੇ ਨਹੀਂ ਖੜਾ, ਮਨ ਇੱਕ ਵਿਚਾਰ ਤੇ ਨਹੀਂ ਖੜਾ, ਮਨ ਦੋ ਰਾਵਾਂ ਤੇ ਖੜਾ ਹੈ। ਇਹਨੂੰ ਗੁਰੂ ਨੇ ਆਖਿਆ ਇਹਨੂੰ ਪ੍ਰੇਰ ਕੇ ਇੱਕ ਬੰਨੇ ਲੈ ਆ, ਗੁਰੂ ਵੱਲ ਲੈ ਆ। ਇਹ ਚੰਗਾ ਇਨਸਾਨ ਬਣ ਗਿਆ ਹੀ, ਅਸਲੀ ਸਾਧੂ ਬਣ ਗਿਆ। ਜ਼ਰੂਰੀ ਨਹੀਂ ਕਿ ਸਾਧੂ ਤੇ ਕੋਈ ਲੇਬਲ ਲੱਗ ਜਾਂਦਾ ਹੈ, ਸਾਧੂ ਤੇ ਕੋਈ ਸਟੈਂਪ ਲੱਗ ਜਾਂਦੀ ਵੀ ਆਹ ਹੋਈ ਸਾਧੂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਸਾਧੂ ਬੇਅੰਤ ਹੋਏ ਨੇ, ਮਾਇਆ ਵਿੱਚ ਰਹਿ ਕੇ ਵੀ ਸਾਧੂ ਦੀ ਵਿਚਾਰਧਾਰਾ ਨੂੰ ਸਮਝਣ ਵਾਲੇ। ਮੈਂ ਇੱਕੋ ਇਸ਼ਾਰਾ ਦੇਵਾਂਗਾ ਸਿਰਫ, ਜਿਨ ਕਿਉਂਕਿ ਹਰ ਬੰਦੇ ਵਿੱਚ
हर इंसान विच गुरु ते परमात्मा तो बिना हर इंसान विच कमियां हैगियां ने, गलतियां सारियां विच हुंदियां। कोई किड्डा भी धर्मात्मा है, किड्डा भी धर्मी है। इस गल नूं आपां बाणी च विचार के कह देवांगे भी भुल्लण अंदर सब को अभुल गुरु करतार। परमात्मा ते गुरु कदे नहीं भुलदे, पर बाकी दुनिया दा हर इंसान भुल सकदा है, हर इंसान भुल सकदा है। एक जिक्र रखन लगा आप नाल भी किते दुनिया में बेअंत ऐसे लोग ने जिन्हां दे काम भी चंगे होए ते किते समय उन्हां धोखे भी खादे, गलतियां भी करियां। चलो वो सुभावक है, समय ना हर बंदा ठेडे खांदा, धक्के खांदा ते सिखदा भी है। मास्टर तारा सिंह नूं किसी कौम दे दर्दियां ने, कौम दे पंथी विचारां ने, गुरसिखां ने इकट्ठियां होकर एक कार दित्ती भी चलो एक कौम दा आगू है ते इनू भाई दौड़ वध करनी पैंदी है, अगे पिछे वो जाना पैंदा है। इस करके एक ईयर बसां च धक्के खांदा लेट हो जाता है, इस करके इनू कार दित्ती गई। मास्टर तारा सिंह गल मैं कर लगा वां, गुरप्रसादी जिन्ना लिव लागी तिन्नी विचे माया पाया। जिन्हां ने अपने मालक परमात्मा नूं समझिया, जिन्हां ने धंधा करदियां माया नूं समझदियां होइयां भी माया तो निर्लेप वाली बिरती कदे रखने की कोशिश की जा रखी है। कौम ने कार दित्ती। एक दिन कुछ गुरसिख प्यारे मास्टर तारा सिंह अमृतसर उन्हां दे घर मिलन गए ते घर मास्टर तारा सिंह दी पत्नी ते उन्हां दी बच्ची है, घर विच बैठे हुए सन ते मास्टर तारा सिंह दी पत्नी बच्ची दे सिर नूं तेल ला रही है, पीढ़ी ते बैठी है मास्टर तारा सिंह दी पत्नी ते बच्ची हेठां बोरी विछा के थल्ले चौंकड़ा लाई बैठी है ते मां पिछले पासे पीढ़ी ते बैठ के सिर नूं तेल ला रही है। ते गुरसिख प्यारे उन्हां दे घर गए, पुछदे भी मास्टर दी कित्थे, कह लगे जी अंबाले गए ने, कदों मुड़नगे, कह लगे कुछ पता नहीं। पर कहंदी कमाल दी गल है, ये तां गड्डी तां घरे खड़ी है, गड्डी ते क्यों नहीं गए, गड्डी तां घर है, कौम वास्ते है, कौम ने दित्ती है ते घर क्यों। बड़ा प्यारा जवाब मिलिया अगले बन्नों, कह लगे भी ये पंथ दी अमानत है ते इनू पंथ दे कामां वास्ते वरतिया जांदा है। वो अपने परसनल काम गए ने ते परसनल काम वास्ते वो बसते जांदे ने। इहो जे भी हैगे ने जिन्हां ने गुरु घर दी विचारधारा नूं समझिया ते गलत पासे नहीं वरतन दी कोशिश कीती, सही पासे वरतिया। वो भी तां है जिन्हां ने बेअंत तरह दे, हाँ किते समा पा के हर बंदा किते धोखा खा जाता है, गल वखरी है। पर भाई गुरदास गल कहते माया बंद धंध दिखे अवध बिहाए जाए। माया दे धंधे च उमर ही लंघा लैनी, होश ही ना आनी भी किथे जिंदगी लंघ गई है, ये भी तो माड़ा ही है। गुरु तेग बहादुर साहब ने बाणी च आख्या ना, धरना पो इउं ही गयो, जवानी इवें लंघ गई। धरना पो इउं ही गयो, लियो जरा तन जीत, को नानक हर भज मना, औद जात है बीत। गुरु तेग बहादुर साहब जवानी आई, पता नहीं नगर लंघी केड़े वेले, क्योंकि सांभी नहीं, विचार ही नहीं दी, कदे ध्यान ही नहीं। जवानी तो माड़ी कम्मां च गाल दित्ती ते नाल के तरना पो इउं ही गयो, लियो जरा, जरा अर्थ बड़ेपा। हुण इस जवानी नूं बड़ेपे ने जित लिया, लियो जरा तन जीत, कौन नानक हर भज मना, औद जात है बीत। औद लंघ गई है, उम्र लंघदी जा रही है, किदे विच माया बंद धंध विखे अबद बिहाए जाए। माया दे धंधियां विच बहुत उम्र गुजार ली बंदे ने, कई बार समा बहुत जाके होश आउंदी, बड़ा समा। कबीर साहब ने जिक्र किया है ना, कबीर साहब ने बड़ा प्यारा शब्द वरतिया, कह लगे बंदे की उम्र उदों लंघदी, समा उदों जाके पता लगता जदों उन्होंने होश टकाने आउंदी आ कि पिछले उम्र जाके ठेडा खा के डिगदा। पाप करन तां मर गया, औद पुनी खिन माहे। कबीर साहब की विचारधारा मुताबक कि मनुख अपनी जिंदगी बड़े धंधे दौड़दा है, पर उदों समझ आउंदी है पाप करन तां मर गया, औद पुनी खिन माहे, उम्र लंघ गई है। लखनऊ का एक बदमाश हुंदा सी, उहदा नाम सी इल्ले खान। वे गल मैं कर लगा उम्र लंघण दी, किते होश आउण दी, समझ आउण दी। वो बदमाश इहो जिहा सी, कई बार पुलिस कोलों फड़िया ते कई बार कुट खाधी। उहदी एक आदत सी, उहदे गल च रुमाल होना लंबा सारा ते उहदे मूँह च पान होना, हर वेले मूँह चबाउंदे रहना, मूँह मारदे रहना उहने।
ਤੇ ਆਮ ਹੀ ਉਹਦੇ ਚਰਚੇ ਅਖਬਾਰਾਂ ਵਿੱਚ, ਗਲੀਆਂ ਬਾਜ਼ਾਰਾਂ ਵਿੱਚ ਹੋਣ ਲੱਗ ਪਏ ਤੇ ਹੁੰਦੇ ਰਹਿੰਦੇ ਸਨ। ਕਾਫੀ ਸਮਾਂ ਬੀਤਿਆ, ਇਦਾਂ ਹੀ ਉਹਦਾ ਲੰਘਿਆ, ਕੁੱਟ ਕਾਟ ਖਾਂਦੇ ਆ। ਇੱਕ ਦਿਨ ਉਹ ਬਿਲਕੁਲ ਸਾਦਾ ਬਣ ਕੇ ਜਾ ਰਿਹਾ, ਕੋਈ ਮੂੰਹ 'ਚ ਪਾਣ ਨਹੀਂ ਤੇ ਉਹਦੀ ਗਲ ਵਿੱਚ ਕੋਈ ਰੁਮਾਲ ਨਹੀਂ, ਤੁਰਿਆ ਜਾ ਰਿਹਾ। ਰਾਹ ਵਿੱਚੋਂ ਇੱਕ ਥਾਣੇਦਾਰ ਮਿਲਿਆ ਜਿਹੜਾ ਨੂੰ ਅਕਸਰ ਕੁੱਟਦਾ ਰਿਹਾ ਅਕੇਲਾ ਕਦੇ। ਉਹ ਮਿਲ ਪਿਆ ਅਚਾਨਕ ਹੀ। ਉਹ ਕਹਿ ਲਗਾ, ਇੱਲੇ ਖਾਂ ਇੱਕ ਗੱਲ ਜਵਾਬ ਦੇ, ਮੈਂ ਤੈਨੂੰ ਜਿੰਨੀ ਵਾਰੀ ਮਿਲਿਆ ਤੇ ਤੈਨੂੰ ਜਿੰਨੀ ਵਾਰੀ ਵੇਖਿਆ, ਤੇਰਾ ਹਾਲ ਜਾਂ ਤੇਰਾ ਹੁਲੀਆ ਕੁਛ ਵੱਖਰਾ ਹੀ ਬਦਮਾਸ਼ਾਂ ਵਾਲਾ ਹੁੰਦਾ ਸੀ। ਤੇਰੇ ਗਲ 'ਚ ਇੱਕ ਰੁਮਾਲ ਹੁੰਦਾ ਸੀ, ਤੇਰਾ ਮੂੰਹ ਲਾਲ ਹੋਇਆ ਹੁੰਦਾ ਸੀ ਪਾਣ ਨਾਲ। ਅੱਜ ਬਿਲਕੁਲ ਸਾਦਾ, ਅੱਜ ਕਿਉਂ ਇਹੋ ਜਿਹਾ ਬਦਲਾਵ, ਐਦਾਂ ਬਦਲ ਕੇ ਕਿਉਂ ਆਇਆ? ਉਹਦਾ ਜਵਾਬ ਸੀ, ਕਹਿ ਲੱਗਾ, ਪਹਿਲਾਂ ਵਾਕਈ ਮੈਂ ਇਹ ਗਲਤ ਕੰਮ ਬੜੇ ਕਰੇ। ਕਹਿੰਦਾ ਹੁਣੇ ਏਡੀ ਛੇਤੀ ਬਦਲਾਵ ਕਿਵੇਂ? ਕਹਿੰਦਾ ਅਸਲ 'ਚ ਗੱਲ ਕੀ, ਮੇਰੇ ਘਰ ਜੰਮ ਪਈ ਆ ਧੀ, ਤੇ ਜਦੋਂ ਮੇਰੇ ਘਰ ਹੁਣ ਧੀ ਜੰਮੀ ਨਾ, ਤੇ ਮੈਨੂੰ ਇੱਕ ਬਾਪ ਬਣਨ ਦਾ ਜਦੋਂ ਅਹਿਸਾਸ ਹੋਇਆ ਨਾ, ਤੇ ਮੈਂ ਇਸ ਗੱਲ ਨੂੰ ਸਮਝਿਆ ਵੀ ਨਹੀਂ, ਧੀਆਂ ਵਾਲਿਆਂ ਨੂੰ ਇਹ ਗੱਲਾਂ ਸ਼ੋਭਦੀਆਂ ਨਹੀਂ, ਧੀਆਂ ਵਾਲਿਆਂ ਨੂੰ ਇਹੋ ਜਿਹੇ ਕੰਮ ਸ਼ੋਭਾ ਨਹੀਂ ਦਿੰਦੇ। ਇਹਦਾ ਮਤਲਬ ਪਹਿਲਾਂ ਮਾਇਆ ਨਾਲ ਜੁੜਿਆ ਸੀ, ਉਮਰ ਲੰਘ ਰਹੀ ਸੀ, ਇੰਜ ਕਹਿ ਲਓ ਵੀ ਧੀ ਦੀ ਸੋਚ ਵੇਖ ਕੇ, ਵਿਚਾਰ ਵੇਖ ਕੇ ਮੱਤ ਟਿਕਾਣੇ ਆ ਗਈ। ਉਹ ਜਿਹੜੀ ਗਲਤ ਮਾਇਆ ਨਾਲ ਜੁੜਿਆ ਸੀ, ਗਲਤ ਵਿਕਾਰਾਂ ਨਾਲ ਜੁੜਿਆ ਸੀ, ਉਹ ਛੁੱਟ ਗਿਆ। ਇਹ ਵੀ ਆਪਾਂ ਕਹਿ ਲਾਂਗੇ ਵੀ ਉਹਦੇ ਵਾਸਤੇ ਧੀ, ਉਹਦੇ ਵਾਸਤੇ ਸਾਧੂ ਹੀ ਬਣ ਕੇ ਆਈ ਹੈ। ਭਾਵ ਕਿ ਚੰਗਾ ਹੀ ਹੈ, ਕੁਛ ਸਮਝ ਤਾਂ ਬੰਦੇ ਨੂੰ ਆ ਗਈ। ਮੈਂ ਤੇ ਫਿਰ ਵੀ ਇਹ ਸੋਚਦਾ ਹੁੰਨਾ ਵੀ ਉਹ ਏਡਾ ਵੱਡਾ ਬਦਮਾਸ਼ ਹੋ ਕੇ ਗਲਤ ਹਰਕਤਾਂ 'ਚ ਪੈ ਕੇ ਜੰਮੀ ਹੋਈ ਧੀ ਵੱਲ ਦੇ ਕੇ ਆ ਤਾਂ ਛੱਡ ਗਿਆ, ਅੱਜ ਘਰ 'ਚ ਧੀ ਜੰਮ ਪਏ, ਪੁੱਤ ਜੰਮ ਪਏ, ਬੰਦਾ ਦਾਰੂ ਦੀਆਂ ਬੋਤਲਾਂ ਖੋਲ ਦਿੰਦਾ ਹੈ। ਗਲਤ ਹਰਕਤਾਂ, ਕਈ ਤਰ੍ਹਾਂ ਕੁਛ ਵਾਪਰਦਾ ਹੈ। ਪਰ ਅੱਜ ਦੇ ਸਮੇਂ 'ਚ ਇਹੋ ਜਿਹੇ ਹਾਲਾਤ ਨੇ, ਧੀਆਂ ਵੀ ਜਵਾਨ ਹੁੰਦੀਆਂ ਨੇ ਘਰ ਵਿੱਚ, ਬੰਦਾ ਆਦਤਾਂ ਨਹੀਂ ਛੱਡਦਾ, ਆਦਤਾਂ ਨਹੀਂ ਬਦਲ ਰਿਹਾ। ਇਹ ਉਮਰ ਤੇ ਲੰਘ ਰਹੀ ਹੈ, ਔਦ ਪੁਨੀ ਖਿਨ ਮਾਹੇ, ਉਹ ਲੰਘਦਾ ਜਾ ਰਿਹਾ ਹੈ। ਗੁਰੂ ਨੇ ਆਖਿਆ, ਪੇਟ ਪਛਤਾਵੇਂਗਾ ਮੂੜਿਆ, ਕਵਣ ਕਮਤ ਭ੍ਰਮ ਲਾਗਾ। ਕਿਹੜੇ ਕੰਮਾਂ 'ਚ ਫਸਿਆ, ਪਛਤਾਏਗਾ ਆਉਣ ਵਾਲੇ ਸਮੇਂ ਵਿੱਚ। ਇੱਕ ਸ਼ਬਦ ਰੱਖਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਜੈਤ ਸਿਰ ਕੀ ਵਾਰ ਦੀ ਪੌੜੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਬੜੇ ਪਿਆਰੇ ਸ਼ਬਦ ਵਰਤੇ। ਕਹਿ ਲੱਗੇ, ਜਿੰਨਾ ਚਿਰ ਬੰਦਾ ਆਪਣੇ ਗੁਰੂ ਤੋਂ ਟੁੱਟੇਗਾ ਤੇ ਉਹ ਸ਼ੈਤਾਨ ਹੀ ਬਣੇਗਾ। ਬਿਨ ਪੂਰੇ ਗੁਰਦੇਵ ਫੇਰੇ ਸ਼ੈਤਾਨਿਆਂ। ਬਿਨਾ ਪੂਰੇ ਗੁਰੂ ਦੀ ਵਿਚਾਰ ਤੋਂ ਮਨੁੱਖ ਸ਼ੈਤਾਨ ਵਰਗਾ ਹੈ, ਤੇ ਸ਼ੈਤਾਨ ਸਦਾ ਲਿਹਾਜ਼ ਨਹੀਂ ਕਰਦਾ। ਸ਼ੈਤਾਨ ਆਪਣੇ ਵੀ ਕਈ ਵਾਰ ਮਾਰ ਜਾਂਦਾ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ, ਭਲਿਆ ਇਸ ਕਰਕੇ ਮਹਾ ਉਦਿਆਨ ਭਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਫਿਰ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਗੁਰੂ ਤੋਂ ਬਿਨਾ ਸ਼ੈਤਾਨ ਬਣ ਜਾਏਗਾ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਨੇ, ਗੁਰ ਉਪਦੇਸ਼ਹੀਨ ਪਾਛੇ ਪਛਤਾਵਈ। ਉਮਰ ਨਾ ਲੰਘਾ, ਉਮਰ ਹੈਗੀ ਆ, ਕੀਮਤੀ ਹੈ, ਤੇ ਇਹਨੂੰ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਲੰਘਾ। ਤੇ ਗੁਰ ਉਪਦੇਸ਼ਹੀਨ, ਗੁਰੂ ਦੇ ਉਪਦੇਸ਼ ਤੋਂ ਹੀਣੀ ਹੈ ਜ਼ਿੰਦਗੀ, ਪਾਛੇ ਪਛਤਾਵਈ। ਸਿਰਫ ਪਾਛੋਂ ਪਛਤਾਵਾ ਰਹਿ ਜਾਂਦਾ, ਹੋਰ ਕੁਛ ਨਹੀਂ, ਸਿਰਫ ਪਛਤਾਵਾ। ਤੇ ਪਛਤਾਵਾ ਉਹਨਾਂ ਲੋਕਾਂ ਕੋ ਹੁੰਦਾ ਜਿਨ੍ਹਾਂ ਲੋਕਾਂ ਨੇ ਮੌਕਾ ਨਾ ਸਾਂਭਿਆ ਹੋਵੇ। ਪਛਤਾਵਾ ਹਮੇਸ਼ਾ ਉਹਨਾਂ ਲੋਕਾਂ ਕੋ ਹੋਇਆ ਕਰਦਾ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਸਮੇਂ ਨੂੰ ਐ ਅਜਾਈ ਗਵਾ ਲਿਆ। ਭਾਈ ਵੀਰ ਸਿੰਘ ਬੜੀ ਕਮਾਲ ਦੀ ਗੱਲ ਲਿਖਦੇ ਹੁੰਦੇ ਨੇ। ਭਾਈ ਵੀਰ ਸਿੰਘ ਕਹਿੰਦੇ, ਜਦੋਂ ਬੰਦਾ ਸਮੇਂ ਨੂੰ ਬਰਬਾਦ ਕਰਦਾ ਹੈ ਨਾ, ਇੱਕ ਦਿਨ ਐਸਾ ਆਉਂਦਾ ਹੈ ਜਦੋਂ ਸਮਾਂ ਉਹਨੂੰ ਬਰਬਾਦ ਕਰ ਦਿੰਦਾ ਹੈ। ਪਹਿਲਾਂ ਬੰਦਾ ਸਮੇਂ ਨੂੰ ਬਰਬਾਦ ਕਰਦਾ ਹੈ, ਫਿਰ ਸਮਾਂ ਉਹਨੂੰ ਬਰਬਾਦ ਕਰਦਾ ਹੈ। ਪਹਿਲਾਂ ਕਿਉਂਕਿ ਹਰ ਕੁਦਰਤ ਨੇ, ਪ੍ਰਮਾਤਮਾ ਨੇ ਹਰ ਜੀਵ ਨੂੰ, ਹਰ ਇਨਸਾਨ ਨੂੰ ਇੱਕ ਮੌਕਾ ਦਿੱਤਾ ਹੈ, ਤੇ ਮੌਕਾ ਦੇ ਰਿਹਾ ਪ੍ਰਮਾਤਮਾ, ਸਾਰਿਆਂ ਨੂੰ ਦੇ ਰਿਹਾ ਵੀ ਭਲਿਆ ਅਜੇ ਵੀ ਸਮਝਦਾ ਬੰਦੇ ਨੂੰ। ਚਲੋ ਵੇਖੋ, ਕਈ ਵਾਰੀ ਵੇਖੋ, ਕਈ ਵਾਰ ਮਨੁੱਖ ਦੇ ਦਾਰੂ ਪੀ ਪੀ ਕੇ ਜਿਹੜੇ ਲੀਵਰ ਹੁੰਦੇ ਨਾ, ਕਾਫੀ ਹੱਦ ਤੱਕ ਖਰਾਬ ਹੋ ਜਾਂਦੇ ਨੇ। ਤਕਰੀਬਨ 90% ਖਰਾਬ ਹੋ, 10% ਰਹਿ ਜਾਂਦੇ ਨੇ। ਡਾਕਟਰ ਫਿਰ ਵੀ ਕਹਿੰਦਾ ਵੀ ਜੇ ਤੂੰ ਇਸ ਤੋਂ ਵੱਧ ਕੁਝ ਹੋਰ ਨਸ਼ਾ ਕਰਿਆ ਤੇ ਤੇਰੀ ਲਾਸਟ ਸਟੇਜ ਹੈਗੀ, ਤੂੰ ਡੈਥ ਹੋ ਸਕਦੀ ਹੈ। ਇਹਦਾ ਮਤਲਬ ਅਜੇ ਮੌਕਾ ਦੇਤਾ ਫਿਰ ਤੈਨੂੰ ਰੱਬ ਨੇ ਵੀ ਅਜੇ ਸਮਝ ਜਾ, ਅਜੇ ਫਿਰ ਇਹ ਰਿਕਵਰ ਹੋ ਸਕਦਾ ਹੈ, ਬਚ ਸਕਦਾ ਤੂੰ। ਫਿਰ ਜੇ ਇਧਰ ਨੂੰ ਨਾ ਮੂੰਹ ਕਰੇਗਾ ਤੇ ਚੰਗਾ ਬਚ ਸਕਦਾ, ਹੋਰ ਟਾਈਮ ਕੱਢ ਲੇਗਾ। ਪਰ ਬੰਦਾ ਕਿੱਥੇ ਬਚ ਛੱਡਦਾ ਹੈ ਆਦਤਾਂ ਨੂੰ।
हौली हौली जो फिर ये 95% जो हो रह जाता है, नहीं आदत छड्डदा, फिर आपे डड हो जाता है। खराब मरना तो फिर है ही है। इहो गल भाई गुरदास कह रहे भी जिंदगी नूं एवें ना लंघा, माड़े लोकां विच बैठ के, उथे बैठ जिथे आवे साहिब चित तेरियां भगतां डिठियां, मन की कटिए मैल साध संग उठियां। उथे बह जिथे गुरु ग्रंथ साहिब दी बाणी ने आख्या, गुरमुख स्यों कर दोस्ती सतगुर स्यों लाए चेता। उथे बह जिथे बैठ करके तेनू गुरु दी याद आ जाए, तेनू सतगुरु चेते आए, तेनू अपना मालक ना भुले। हुण ये गल दसी भी बंदे दा ध्यान जुड़ना जिथे सी उथे जुड़िया नहीं, ते जुड़ किथे रहा। कहंदे जैसे मन लागत है लेखकों को लेख्या विखै। हुण शाहूकार है ना, उन्हें शाहूकार ने सारा हिसाब किताब रखिया भी किनू ब्याजी दिते आ ते किहदे कोलों लैणे आ। आड़त वाले ने सारी वही बना के तैयार कीती हुंदी है, पता हुंदा किहदे किहदे कोल लैणे ते किन्ने किन्ने खड़े आ, किहड़ा किहड़ा लैके गया, किन्ने लैके गया। एक एक रुपये का हिसाब है कि बंदा कई बार घर आके ना जो दुकान तो आउंदा है जां अपने काम तो आउंदा ते घर आके जो हिसाब कर लगदा है, कई बार रोटी ठंडी हो जाती पई पई, घर वाली कहती मैं 2 बार रोटी गर्म कर चुकी, तेरा ध्यान किथे है। 2 बार गर्म मैं कर लियाई हाँ, कह लगा मैनू पता ही नहीं लगा, मैं अपने काम में ही लगा सा। भाई गुरदास कहते किन्नू देखो कदे इस बंदे वाल, इन्ना ध्यान लगा है कि रोटी भुल गया। रोटी वास्ते कमा रहा है, रोटी वास्ते ही दिन रात दौड़ रहा ते रोटी भुल गई बंदे। कमाल दी भाई गुरदास कहते किड्डा चित लगा, किथे लगा होया। जैसे मन लागत है लेखक को लेखे विखे, लेखियां विच हिसाब किताब विच जिन्ना मन बंदे दा हिसाब किताब विच लगा है, इना मन भाई गुरदास कहते हार जस लिखत ना तैसो ठहरावे। इहो जिहा मन कदे गुरु दी लिखत च नहीं लगदा, इहो जिहा मन कदे गुरु दी लिखत विच नहीं लगदा जिन्ना मन घर दे लेखियां च लगदा है। किड्डी कमाल दी उदाहरण दी है। बंदा भुल जाता है अपने परिवारां नूं, चाह भुल जाता लागे पई पई 7 बार ठंडी हो जाती, 7 बार गर्म कर ली दे घर वाले, पर बंदे दा ध्यान ही नहीं उहदे वल, भुल जाता हर बारी। क्यों? भाई गुरदास कहंदे इहदा चित लगा ही उधरले बने होया है, बड़े डूंगा एक एक हांसल भी नहीं छड्डन दिंदा, बड़ा हिसाब किताब करदा है। हुण कदे थोड़ा जिहा गुरमत वाल विचार के वेखियो, साडी कौम को सिर्फ इको ही सवाल रह गया। किसी कोई देख लो किते फोन आ जाता है किसी किसी का, जां कोई गल कर ले जां कोई बैठे, इको ही सवाल हुंदा भी मीट खा लेना चाहिए, बस। इस तो दूजा सवाल साडी कौम को है ही नहीं। दूजा सवाल होवेगा तां कदे बाणी विचारी होवेगी तां ना, कदे सवाल कदे कदे कीता होवे कि सानू ऐ शब्द समझ नहीं आउंदी, शब्द किवें खोलीदा है। कदे सवाल किया होवे सानू आह बाणी दे शब्दां दी, भगत बाणी दी, पट्टां दी, सवैयां दी समझ नहीं आ रही, सानू किद्दां पाठ करना चाहिए, किद्दां बाणी विचारनी, ये सवाल ही नहीं कदे हो सकता बंदे कोल। इहदा ध्यान होर ही पासे होर ही लेखियां च लग्गिया। भाई गुरदास कहंदे कदी इन्ना कोई लेखे विच ध्यान तां दे, जेड़ा लेखे घर दे च काम। भाई गुरदास ये मना भी नहीं कर रहे कि तू इधरों लेखे चो अपना मन ही छड्ड दे, ना ना, ये मना नहीं कर रहे कि तू हिसाब किताब भी नहीं करना, कहंदे कर, पर जिद्दां तू उत्थे चित ला रहे इदां कदे चित अपने गुरु की बाणी विच भी ला, इदां ही ला, इदां ही ला। उन्हें ये नहीं कहा वो छड्ड दे ते इधर ला देना, ना मना नहीं किया किरत करन तो। उन्हें कहा जिद्दां उधर चित ला रहे इदां ही ला, इधर गुरबाणी वाल पढ़ विचार, गुरबाणी समझ आ जाए तेनों बाणी दी खोली। कई बार ऐसा कई बारी होया है, सहज पाठ करदे आ, बाणी पढ़दे आ, शब्द कंठ करदे आ, कई बारी होया है, अपनी निजी जिंदगी दा तजर्बा है। बाणी पढ़दे आ, एक शब्द नाल दूजा शब्द मेल खांदा अज ना किते, बड़ी खुशी होंदी है कि देखो जेड़ी गल दा जवाब इत्थे नहीं पूरा क्लीयर होया, अगों जाके क्लीयर हो गया। बाणी च बड़े ऐसे शब्द ने, एक अंग तो तुसीं शब्द पढ़ोगे, 2-3 अंगां तो बाद शब्द फिर तुहानूं उहदे नाल मेल खांदा मिल जाएगा। बेअंत शब्द ऐसे ने, सानू ऐसा समा ही नहीं साडे कोल हैगा विचारन दा। ईसाई धर्म और इस्लाम धर्म साडे तो तरक्कियां क्यों करते जा रहे? क्योंकि उन्होंने अपने बच्चों नूं जिहड़ी धर्म की सिक्ख्या है एक कंपलसरी की हुई है। कारण यह हुई है, आपां कदे इसनूं कंपलसरी नहीं वरतिया, आपां दिल कीता तां पाठ, दिल कीता ना कीता
ਮਰਜ਼ੀ ਨਾਲ ਹੀ ਹੈ। ਉੱਥੇ ਮਰਜ਼ੀ ਨਹੀਂ ਹੈ, ਉੱਥੇ ਮਰਜ਼ੀ ਨਹੀਂ ਹੈ, ਉੱਥੇ ਕਰਨਾ ਹੀ ਕਰਨਾ ਹੈ। ਜੋ ਮਰਜ਼ੀ ਹੋ ਜਾਏ ਕਰਨਾ ਹੀ ਕਰਨਾ, ਪੱਕਾ ਹੋਮਵਰਕ ਹੈ ਉਹਨਾਂ ਦਾ, ਕਰਨਾ ਹੀ ਕਰਨਾ ਹੈ। ਸਾਡੀ ਮਰਜ਼ੀ ਨਾ ਕਰਾਂਗੇ, ਕਰ ਜੀ ਨਾ ਕਰ ਲਿਆ ਨਾ ਕਰ ਲਿਆ। ਮੈਂ ਇੱਕ ਉਦਾਹਰਨ ਦੇਵਾਂ, ਜਿਸ ਬੱਚੇ ਜਿਸ ਇਨਸਾਨ ਨੂੰ ਕੁਰਾਨ ਜ਼ੁਬਾਨੀ ਕੰਠ ਹੋ ਜਾਏ ਨਾ, ਉਹਨੂੰ ਹਾਫਿਜ਼ ਕਹਿੰਦੇ ਆ। ਹਾਫਿਜ਼ ਨੂੰ ਜ਼ੁਬਾਨੀ ਕੁਰਾਨ ਕੰਠ ਹੋ ਜਾਏ ਉਹਨੂੰ ਹਾਫਿਜ਼ ਕਹਿੰਦੇ ਨੇ। ਤੇ ਜਿਹੜੇ ਇਸਲਾਮ ਧਰਮ ਦੇ ਵੱਡੇ ਵੱਡੇ ਯੂਨੀਵਰਸਿਟੀ ਜਿੱਥੇ ਮੌਲਵੀ ਤਿਆਰ ਹੁੰਦੇ ਨਾ, ਮੌਲਵੀ ਤਿਆਰ ਹੁੰਦੇ ਆ, ਉਹਨਾਂ ਮੌਲਵੀ ਦੇ ਬੱਚਿਆਂ ਨੂੰ ਵੀ ਕਈ ਵਾਰ 10-10 ਸਾਲ ਦੇ ਬੱਚਿਆਂ ਨੂੰ ਕੁਰਾਨ ਜ਼ੁਬਾਨੀ ਕੰਠ ਹੋ ਜਾਂਦੀ ਹੈ। ਕਿਉਂ ਭਲਾ ਹੋ ਜਾਂਦੀ? ਕਦੇ ਧਿਆਨ ਦੇ ਵੀ ਕਿਉਂ ਉਹਨਾਂ ਨੂੰ ਜ਼ੁਬਾਨੀ ਕੰਠ ਕਰਾਉਣ ਹੋ ਗਈ? ਕਿਉਂਕਿ ਉਹਨਾਂ ਨੇ ਬਚਪਨ ਤੋਂ ਹੀ ਆਖਿਆ ਵੀ ਤੂੰ ਰੋਟੀ ਬਿਨਾਂ ਭਾਵੇਂ ਰਹਿ ਜੀ, ਪਰ ਇੱਥੋਂ ਬਿਨਾਂ ਨਹੀਂ ਰਹਿਣਾ। ਇਹਨਾਂ ਨੂੰ ਪੱਕਾ ਹੀ ਜ਼ਿਆਦਾ ਉਹਨਾਂ ਨੂੰ ਪੱਕਾ ਟਾਈਮ ਟੇਬਲ ਬਣਾਇਆ। ਤੁਸੀਂ ਕਿਤੇ ਬਾਜ਼ਾਰ ਜਾਣਾ ਹੈ, ਕਿਤੇ ਸ਼ਹਿਰ ਜਾਣਾ, ਕਿਤੇ ਆਪਣੇ ਫੰਕਸ਼ਨ ਤੇ ਜਾਣਾ ਹੈ, ਇਹ ਪ੍ਰੋਗਰਾਮ ਚਾਹੇ ਆਣ ਕੇ ਨਿਭਾਓ, ਚਾਹੇ ਜਾਣ ਲੱਗਿਆ ਨਿਭਾਓ, ਭਾਵੇਂ ਜਿੱਦਾਂ ਵੀ ਹੋਵੇ ਨਿਭਾਉਣਾ ਹੀ ਜ਼ਰੂਰ ਹੈ। ਉਹਨਾਂ ਦਾ ਪੱਕਾ ਕੰਮ ਹੈ। ਉਹਨਾਂ ਦੇ ਜਿਸ ਬੰਦੇ ਦੀ ਆਦਤ ਸੁਭਾਅ ਬਣ ਜਾਏ, ਸੁਭਾਵਕ ਹੈ, ਯਾਦ ਤੇ ਹੋਏਗਾ ਹੀ। ਮੰਨ ਲਓ ਹੁਣ ਜਿਹੜੇ ਆਪਾਂ ਗੁਰਸਿੱਖ ਪਿਆਰੇ ਸਾਰੇ ਨਿਤਨੇਮ ਕਰਦੇ ਨੇ, ਤੇ ਜਿਹੜੇ ਰੋਜ਼ਾਨਾ ਨਿਤਨੇਮ ਕਰ ਰਹੇ ਨੇ, ਉਹਨੂੰ ਨਿਤਨੇਮ ਕੰਠ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਰੋਜ਼ਾਨਾ ਕੰਟੀਨਿਊ ਕਰਦੇ ਆਏ, ਛੱਡਿਆ ਨਹੀਂ, ਆਦਤ ਬਣ ਗਈ। ਆਦਤ ਨਾਲ ਪ੍ਰੇਮ ਬਣ ਗਿਆ। ਜਦੋਂ ਪ੍ਰੇਮ ਬਣ ਗਿਆ ਤਾਂ ਫਿਰ ਆਪਣੇ ਆਪ ਮਨ ਲੱਗਣ ਲੱਗ ਪਿਆ। ਲੱਗੇਗਾ ਹੀ। ਜਦੋਂ ਦਿਲ ਕੀਤਾ ਪੜ ਲਿਆ, ਦਿਲ ਕੀਤਾ ਨਾ ਪੜਿਆ, ਫਿਰ ਕਿੱਥੇ? ਫਿਰ ਯਾਦ ਥੋੜਾ ਬਾਣੀ ਹੋਏਗੀ। ਬਾਣੀ ਯਾਦ ਤਾਂ ਕਿ ਜੇ ਕੰਟੀਨਿਊ ਨਿਤਨੇਮ ਬਣਾਇਆ ਹੋਏਗਾ, ਨਿਤਨੇਮ ਲਗਾਤਾਰ ਬੰਦਾ ਬਿਨ ਨਾ ਗਿਆ ਤੋਂ ਕਰ ਰਿਹਾ ਹੋਏਗਾ, ਚਾਹੇ ਉਹ ਲੇਟ ਹੀ ਕਰੇ, ਸਮਾਂ ਪਾ ਕੇ ਜ਼ਰੂਰੀ ਕੰਮ ਕਿਤੇ ਪੈਂਦਾ, ਪਰ ਕਰੇ ਜ਼ਰੂਰ ਤਾਂ ਕਿ ਉਹਦੀ ਆਦਤ ਬਣ ਜਾਏ, ਉਹਨੂੰ ਬਾਣੀ ਯਾਦ ਹੋ ਜਾਏ। ਭਾਈ ਗੁਰਦਾਸ ਕਹਿੰਦੇ ਹਾਂ, ਜੈਸੇ ਮਨ ਲਾਗਤੇ ਹੈ ਲੇਖਕੋ ਕੋ ਲੇਖੇ ਵਿਖੇ, ਤੈ ਹਾਰ ਜਸ ਲਿਖਤ ਨਾ ਤੈਸੋ ਠਹਿਰਾਵੀ। ਉਹੋ ਜਿਹਾ ਮਨ ਲੇਖੇ 'ਚ ਨਹੀਂ ਲੱਗਦਾ, ਗੁਰੂ ਦੇ ਪਿਆਰ 'ਚ ਨਹੀਂ ਲੱਗਦਾ। ਜੈਸੋ ਮਨ ਬਣਜ ਵਿਹਾਰ ਕੇ ਬਿਥਾਰ ਵਿਖੇ, ਸ਼ਬਦ ਸੁਰਤ ਅਵਗਾਹਨ ਨਾ ਭਾਵਈ। ਜਿਹੋ ਜਿਹਾ ਮਨ ਬੰਦੇ ਦਾ ਵਣਜ ਵਿਹਾਰ 'ਚ, ਵਪਾਰ 'ਚ, ਕਾਰੋਬਾਰ 'ਚ ਲੱਗਾ ਹੈ, ਸੋਚ ਰਿਹਾ ਦੁਕਾਨ ਤੇ ਬੈਠਾ ਵੀ ਕਈ ਵਾਰ ਬੰਦਾ ਵੀ ਘਾਟਾ ਨਾ ਪੈ ਜਾਏ, ਬੈਠਾ ਸੋਚ ਰਿਹਾ ਬੰਦਾ ਵੀ ਕਿਹੜੇ ਬੰਦੇ ਕੋ ਕਿੰਨੇ ਸਮੇਂ ਦੇ ਪੈਸੇ ਦਿੱਤੇ ਸੀ, ਉਹ ਲੈਣ ਵਾਲੇ ਹੈਗੇ। ਬਾਰ-ਬਾਰ ਕਈ ਵਾਰ ਡਾਇਰੀ ਫੋਲ ਵੇਖਦਾ ਵੀ ਕਿਸੇ ਕੋ ਰਹਿ ਤਾਂ ਨਹੀਂ ਗਿਆ, ਬੜਾ ਧਿਆਨ ਰੱਖਦਾ ਹੈ। ਭਾਈ ਗੁਰਦਾਸ ਜੈਸੇ ਮਨ ਬਣਜ ਵਿਹਾਰ ਕੇ ਬਿਥਾਰ ਵਿਖੇ, ਜਿੱਦਾਂ ਉਹਦੇ ਮਨ ਵਿਸਥਾਰ 'ਚ ਮਨ ਵੀ ਆਪਣੇ ਬਣਜ ਵਪਾਰ ਨੂੰ ਵਿਸਥਾਰ 'ਚ ਲੈ ਕੇ ਜਾਣਾ, ਵੱਡਾ ਕਰਨਾ ਹੈ। ਤੇ ਵੱਡਾ ਕਰਨ ਵਿੱਚ ਬੜਾ ਯੋਗਦਾਨ, ਬੜੀਆਂ ਲੰਮੀਆਂ ਸਲਾਹਾਂ ਲੋਕਾਂ ਕੋਲ ਲੈ ਰਿਹਾ, ਚੰਗੇ ਬੰਦਿਆਂ ਕੋ, ਵੀ ਆਪਣੇ ਕਾਰੋਬਾਰ ਨੂੰ ਵੱਡਾ ਕਿਵੇਂ ਕਰਾਂ। ਬੜੀਆਂ ਸਲਾਹਾਂ ਲੈਂਦਾ ਹੈ, ਬੜੀਆਂ ਮੀਟਿੰਗਾਂ ਕਰਦਾ ਹੈ, ਬੜੀਆਂ ਕਿਤਾਬਾਂ ਪੜ੍ਹਦਾ ਹੈ, ਬੜੇ ਹੀ ਸਿਆਣਿਆਂ ਬੰਦਿਆਂ ਕੋ ਸਲਾਹਾਂ ਲੈ ਕੇ ਬਹਿੰਦਾ ਹੈ ਕਿ ਮੈਂ ਆਪਣੇ ਕਾਰੋਬਾਰ ਨੂੰ ਵੱਡਾ ਕਿਵੇਂ ਕਰਾਂ। ਭਾਈ ਗੁਰਦਾਸ ਕਹਿੰਦੇ ਕਦੇ ਇੰਨਾ ਉਦਮ ਆਪਣੇ ਗੁਰੂ ਪ੍ਰਤੀ ਨੇ ਕੀਤਾ ਵੀ ਸ਼ਬਦ ਸੁਰਤ ਅਵਗਾਹਨ ਨਾ ਭਾਵਈ। ਇੰਨਾ ਕੁ ਉਦਮ ਕਰੇ ਕਿ ਸ਼ਬਦ ਦੀ ਸਮਝਣ ਵਾਸਤੇ, ਅਵਗਾਹਨ ਦਾ ਅਰਥ ਡੁਬਕੀ ਲਾਉਣਾ। ਕਹਿੰਦੇ ਕਦੇ ਇਹੋ ਜਿਹਾ ਉਦਮ ਨਹੀਂ ਕੀਤਾ ਚੰਗੇ ਪੁਰਸ਼ਾਂ ਕੋ ਬੈਠ ਕੇ, ਗੁਰਮਤਿ ਤੱਤ ਵਿਚਾਰਾਂ ਵਾਲਿਆਂ ਕੋ ਬੈਠ ਕੇ, ਵੀ ਸ਼ਬਦ ਨਾਲ ਸਾਂਝ ਬਣਾਉਣ ਵਾਸਤੇ, ਸ਼ਬਦ ਨੂੰ ਗਹਿਰਾਈ ਨਾਲ ਸਮਝਣ ਵਾਸਤੇ ਕਦੇ ਇਹੋ ਜਿਹੀ ਕਿਸੇ ਸਭਾ ਵਿੱਚ ਨਹੀਂ ਬੈਠਾ, ਕਦੇ ਇਹੋ ਜਿਹੇ ਸਤ ਸੰਗੀ ਪੁਰਸ਼ਾਂ ਕੋਲ ਨਹੀਂ ਬੈਠਾ ਕਿ ਮੈਂ ਸ਼ਬਦ ਨੂੰ ਗਹਿਰਾਈ ਨਾਲ ਸਮਝ ਸਕਾਂ, ਵਿਚਾਰ ਸਕਾਂ। ਬਹੁਤਾਤ ਸ਼ਬਦ ਐਸੇ ਨੇ ਬਾਣੀ ਵਿੱਚ ਜਿਹੜੇ ਸਾਡੇ ਕੋਲੋਂ ਬਹੁਤ ਡੂੰਘੀ ਵਿਚਾਰ ਮੰਗਦੇ ਨੇ, ਤਾਂ ਜਾ ਕੇ ਸਮਝ ਆਉਣ ਵਾਲੀ ਵਿਚਾਰਧਾਰਾ ਹੈ ਗੁਰਸਿੱਖੀ ਦੀ ਵੀ। ਕੁਝ ਸ਼ਬਦ ਬੋਕੀ ਕੁਝ ਐਸੇ ਨੇ ਜਿਹੜੇ ਅਸੀਂ ਆਮ ਪਹਿਲੀ ਵਾਰ ਪੜ੍ਹਨ ਸਾਨੂੰ ਸਮਝ ਆ ਜਾਂਦੀ ਹੈ। ਮੈਂ ਇੱਕ ਉਦਾਹਰਨ ਦੇਵਾਂ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ, ਪੈਰ ਚੋਲਣਾ ਗਧਾ ਨਾਚੈ ਪੈਸਾ ਭਗਤ ਕਰਾਵੇ। ਪਰ ਇਹ ਸ਼ਬਦ ਨੂੰ ਜਿੰਨਾ ਜੇ ਤੁਸੀਂ ਵਿਸਥਾਰ ਨਾਲ ਵਿਚਾਰ ਨਾ ਕਰੋਗੇ, ਤੁਹਾਨੂੰ ਸਮਝ ਨਹੀਂ ਆਉਣਾ। ਜਦੋਂ ਗੱਲਾਂ ਬੜੀਆਂ ਕਮਾਲ ਦੀਆਂ ਨੇ ਭਾਈ ਕਬੀਰ ਸਾਹਿਬ ਨੇ ਦੱਸੀਆਂ ਹੋਈਆਂ, ਇਦਾਂ ਹੀ ਕੋਈ ਸ਼ਬਦ ਨੂੰ ਸਮਝਣ ਵਾਸਤੇ ਡੁਬਕੀ ਲਾਉਣੀ ਪੈਂਦੀ। ਭਾਈ ਗੁਰਦਾਸ ਨੇ ਇੰਨਾ ਧਿਆਨ ਹੀ ਨਹੀਂ ਇੱਧਰ ਹੈਗਾ। ਇਦਾਂ ਭਾਈ ਗੁਰਦਾਸ ਜੈਸੇ ਮਨ ਕਨਕ ਔਰ ਕਾਮਨੀ ਸਨੇਹ, ਜਿੱਦਾਂ ਮਨੁੱਖ ਦਾ ਮਨ ਸੋਨੇ, ਤੇ ਕਨਕ ਦਾ ਅਰਥ ਹੈ ਸੋਨਾ ਤੇ ਕਾਮਣੀ ਦਾ ਅਰਥ ਹੈ ਇਸਤਰੀ। ਜਿੰਨਾ ਧਿਆਨ ਬੰਦੇ ਦਾ ਸੋਨੇ ਔਰ ਇਸਤਰੀ 'ਚ ਲੱਗਾ ਹੈ, ਇੰਨਾ ਧਿਆਨ ਕਿਤੇ ਉਹ ਆਪਣੇ ਗੁਰੂ ਵਿੱਚ ਵੀ ਲੈ। ਸਾਧ ਸੰਗ ਤੈਸੋ ਨੇ ਪਾਲਣਾ ਲਗਾਵੇ। ਜਿੰਨਾ ਧਿਆਨ ਸੋਨੇ ਵਿੱਚ, ਕਈ ਵਾਰ ਲੜਾਈਆਂ ਹੋਈਆਂ ਘਰਾਂ 'ਚ ਸੋਨੇ ਵਾਸਤੇ,
कई फिर कई साल लंघ जाते हैं बजुर्ग नौजवान का विआह कीते नूं कई बार 85 या 30 साल जां हो कई बार 60 साल लंघ जाते हैं। बापू नहीं बोलता भी मेरी मुंदी नहीं सी विआह ते पाई, मेरी मिलनी नहीं सी कराई। क्योंकि बंदे का ध्यान कई बार मुंदी ते रड़िया हुंदा है कि बड़े साल पहला मेरा जिहड़ा रिश्ता करवाया सी जां होया सी वो मुंदी नहीं इन्हां मैनूं पाई, वो तां करके बोलदा नहीं, इन्ना ने पाया सोने नाल। भाई गुरदास कहते जैसे मन कनक और कामनी स्नेह दिखे। एक बाणी चो पंक्ति कह के मैं विचारा, गुरु ग्रंथ साहब कह लगे दो चीज़ां बंदे दे घर लड़ाई का कई बार कारण बन जांदियां जी, ते बंदा पापां दा पांदी भी तां बनदा जी। सब कह लगे पहली गल कामन लोड़े सोना रूपा। इस्त्री चाहती मैनूं सोना वध मिले ते चंगा है। कामन लोड़े सोना रूपा मित्र लोड़ेन खांदाता। मित्र चाहते हुण चंगा खाण नूं मिले दे कोलों भी ये अमीर बंदा है, तो जे अमीर है तो घर वाले कि सोना वध मिले, तो मित्र कहते चंगा चंगा खाण वास्ते दे कोलों मिले। कामन लोड़े सोना रूपा मित्र लोड़ेन खांदाता। नानक पाप करे तिन कारण। कई बार सोना वध बनाउण वास्ते बंदे नूं पाप करना पै जांदा, 2 नंबर का कमाउणा पै जांदा। भी घर वाली राणी हार मंगदी, वड्डा हार मंगदी, फिर लिया के देना ही है, तो जिन्नी घर की इनकम वो थोड़ी है, फिर बाहरों ते हथ मारना ही पैना। जे वादा किया जे हाँ करती फिर तो लिया के देना ही पैना, भावें 2 नंबर का करके। नानक पाप करें तिन कारण जासी जमपुर बहांदाता। फिर जम्मा के दर से बच जाता है। भाई गुरदास कहते माया बंद धंध विखे अवध विआए। इदा माया के धंधियां च उम्र लंघ गई, पर अपने गुरु के प्यार नूं कुछ समा नहीं दिता। गुर उपदेशहीन पाछे पछतावई। गुरु के शब्द ते विचार तो शब्द तो उपदेश तो हीना बंदा